ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਨਿਤ ਧਿਆਵੂ, ਗੁਰ ਹਿਰਦੈ ਨਿਤ ਧਿਆਵੂ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੂ, ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਗੁਰੂ ਹਰਿ ਰਾਏ ਨਾਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਵੂ ਬਹੋਰੀ, ਤੇਗ ਬਹਾਦਰ ਪਰਮੰ ਕਿਰਪਾਲਾ, ਵਾਹਿਗੁਰੂ ਪਰਮੰ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪੱਗ ਪੁੰਨ ਪੁੰਨ ਸੀਸਾ, ਪੱਗ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ, ਜਾਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਰੁਚਰ ਰੰਗ ਜੋ ਹੋਏ ਮਨੂਰਾ, ਬੋਲਤ ਬਾਣੀ ਅਤਿਸ਼ੈ-ਰੂਰਾ। ਬੀਨ ਬੀਨ ਕਿਰਮਨ ਕੋ ਖਾਹੀ, ਤਿਉ ਦੰਬੀ ਪੇ ਅਬ ਜਗ ਬਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ, ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ
ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਜੀ ਨੇ ਦੂਸਰੀ ਉਦਾਸੀ ਆਰੰਭ ਕੀਤੀ ਹੈ। ਔਰ ਇਸ ਉਦਾਸੀ ਦੇ ਵਿੱਚ ਸਤਿਗੁਰੂ ਜੀ ਪਹਿਲਾਂ ਕੁਰੂਕਸ਼ੇਤਰ ਆਏ। ਕੁਰੂਕਸ਼ੇਤਰ ਤੋਂ ਬਾਅਦ ਹਰਿਦੁਆਰ ਗਏ। ਹਰਿਦੁਆਰ ਤੋਂ ਬਾਅਦ ਫਿਰ ਬ੍ਰਿੰਦਾਬਨ ਆਏ। ਸਾਰੀਆਂ ਥਾਵਾਂ ਤੇ ਸਤਿਗੁਰਾਂ ਨੇ ਜਿਹੜਾ ਲੋਕਾਂ ਦੇ ਵਿੱਚ ਪਖੰਡ ਸੀ, ਵਹਿਮ ਭਰਮ ਸੀ, ਜਾਂ ਉਹ ਕਰਮ ਜਿਹੜੇ ਸਿਰਫ ਧਰਮ ਦੇ ਨਾਂ ਤੇ ਕੀਤੇ ਜਾਂਦੇ ਕਰਮ ਸਨ, ਸਤਿਗੁਰੂ ਜੀ ਨੇ ਉਹਨਾਂ ਦਾ ਨਿਸ਼ੇਧ ਕੀਤਾ। ਸਤਿਗੁਰੂ ਜੀ ਦਾ ਇੱਕ ਸ਼ਬਦ ਆਉਂਦਾ ਹੈ ਕਿ ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ। ਉਹ ਕਰਮ ਧਰਮ ਜਿਹੜੇ ਪਖੰਡ ਨੇ, ਉਹ ਕਰਮ ਜਿਹੜੇ ਧਰਮ ਦੇ ਨਾਂ ਤੇ ਕੀਤੇ ਜਾਂਦੇ। ਹੁਣ ਵੇਖੋ ਨਾ, ਧਰਮ ਦੇ ਨਾਂ ਤੇ ਤਾਂ ਕਿਸੇ ਬੱਚੇ ਦੀ ਬਲੀ ਵੀ ਦੇ ਦਿੱਤੀ ਜਾਂਦੀ ਹੈ, ਪਸ਼ੂਆਂ ਦੀਆਂ ਬਲੀਆਂ ਤੇ ਰੋਜ਼ ਦਿੱਤੀਆਂ ਜਾਂਦੀਆਂ ਨੇ। ਧਰਮ ਦੇ ਨਾਂ ਤੇ ਪਿੱਪਲ ਨੂੰ ਦੁੱਧ ਪਾ ਦਿੱਤਾ ਜਾਂਦਾ ਹੈ। ਪੁੱਛੋ ਵੀ ਪਿੱਪਲ ਨੇ ਦੁੱਧ ਕੀ ਕਰਨਾ ਹੈ? ਗਊ ਨੂੰ ਆਟਾ ਖਵਾ ਦਿੱਤਾ ਜਾਂਦਾ ਵੀ ਆਟੇ ਦਾ ਸੰਬੰਧ ਕਿਸੇ ਰੋਟੀ ਖਾਣ ਵਾਲੇ ਨਾਲ ਹੈ। ਗਊ ਦੇ ਲਈ ਤਾਂ ਤਾਜ਼ਾ ਚਾਰਾ ਹੋਣਾ ਚਾਹੀਦਾ। ਹੁਣ ਇਹ ਜਿਹੜੇ ਕਰਮ ਧਰਮ ਦੇ ਨਾਂ ਤੇ ਕੀਤੇ ਜਾਂਦੇ ਸੀ, ਜਿਹੜੇ ਅਸਲ ਵਿੱਚ ਪਖੰਡ ਸੀ। ਔਰ ਜਦੋਂ ਪ੍ਰਾਣੀ ਸੰਸਾਰ ਤੋਂ ਜਾਂਦਾ ਹੈ, ਧਰਮ ਰਾਜੇ ਦੀ ਬਾਰਗਾਹ ਵਿੱਚ ਜਦੋਂ ਡਿਊਟੀ ਲੱਗਦੀ ਹੈ, ਜਿਵੇਂ ਤੁਸੀਂ ਏਅਰਪੋਰਟ ਨੂੰ ਜਦੋਂ ਲੰਘਣਾ ਹੁੰਦਾ ਹੈ ਤਾਂ ਉੱਥੇ ਕਸਟਮ ਵਾਲੇ ਆਫੀਸਰ ਖਲੋਤੇ ਹੁੰਦੇ ਨੇ, ਉਹ ਤੁਹਾਡਾ ਸਮਾਨ ਖੋਲ੍ਹਦੇ ਨੇ। ਔਰ ਮੈਂ ਵੇਖਿਆ ਕਿ ਬੜੇ ਸਾਰੇ ਲੋਕ ਜਿਹੜਾ ਵਿਦੇਸ਼ ਤੋਂ ਸਮਾਨ ਲਿਆਉਂਦੇ ਨੇ, ਉਹ ਫਿਰ ਏਅਰਪੋਰਟ ਤੇ ਸੁੱਟ ਆਉਂਦੇ ਨੇ। ਉਹ ਪੁੱਛਦੇ ਨੇ ਵੀ ਇਹ ਆ ਕੀ ਹੈ, ਉਹ ਕੀ ਹੈ? ਉਹ ਕਹਿੰਦੇ ਵੀ ਇਹ ਤਾਂ ਤੁਸੀਂ ਲਿਆ ਨਹੀਂ ਸਕਦੇ, ਇਹਦੀ ਡਿਊਟੀ ਇੰਨੀ। ਉਹ ਕਹਿੰਦਾ ਜੀ ਇੰਨੇ ਦਾ ਤੇ ਹੈ ਨਹੀਂ। ਕਈ ਚੀਜ਼ਾਂ ਇੱਦਾਂ ਦੀਆਂ ਵੀ ਨੇ, ਬਾਹਰਲੇ ਮੁਲਕੋਂ ਲੈ ਕੇ ਤੁਰੋਗੇ 10,000 ਦੀ, ਇੱਥੇ ਡਿਊਟੀ ਲਾ ਕੇ ਬਣ ਜਾਂਦੀ 50,000 ਦੀ, 30,000 ਦੀ, 40,000 ਦੀ। ਫਿਰ ਅਸੀਂ ਕੀ ਕਰਦੇ? ਉੱਥੇ ਸੁੱਟ ਆਉਂਦੇ। ਇਸੇ ਤਰ੍ਹਾਂ ਕੁਝ ਕਰਮ ਧਰਮ ਦੇ ਨਾਂ ਤੇ ਕੀਤੇ ਜਾਂਦੇ ਨੇ। ਜਦੋਂ ਧਰਮ ਰਾਜੇ ਦੀ ਬਾਰਗਾਹ ਵਿੱਚ ਉਹਦੇ ਤੇ ਵਸੂਲ ਲਾਇਆ ਜਾਂਦਾ ਹੈ, ਟੈਕਸ ਲਾਇਆ ਜਾਂਦਾ ਹੈ। ਤਿੰਨ ਜਮ ਜਾਗਾਤੀ ਲੂਟੈ। ਜਮ ਜਿਹੜਾ ਜਗਾਤ ਲਾਉਂਦਾ, ਜਗਾਤ ਦਾ ਅਰਥ ਕੀ ਹੈ? ਟੈਕਸ। ਇਸ ਕਰਕੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਇਸ ਕਰਕੇ ਭਾਈ ਇਹ ਕਰਮ ਧਰਮ ਪਖੰਡ ਛੱਡ ਕੇ ਪਰਮੇਸ਼ਰ ਦੀ ਭਗਤੀ ਕਰੋ, ਉਹਦੀ ਬੰਦਗੀ ਕਰੋ, ਉਹਦੀ ਇਬਾਦਤ ਕਰੋ। ਵੇਖੋ, ਤੁਸੀਂ ਕਰਮ ਕਾਂਡ ਕਰਨੇ ਹੋਣ, ਪੈਸਾ ਚਾਹੀਦਾ ਹੈ। ਹਵਨ ਕਰਨਾ ਹੋਵੇ, ਜਗ ਕਰਨਾ ਹੋਵੇ, ਤੀਰਥ ਯਾਤਰਾਵਾਂ ਕਰਨੀਆਂ ਹੋਣ, ਕੀ ਇਹ ਬਿਨਾਂ ਪੈਸੇ ਤੋਂ ਸੰਭਵ ਹੈਗੀਆਂ ਨੇ? ਨਹੀਂ ਹੈਗੀਆਂ। ਪਰ ਜੇ ਕਿਸੇ ਨੇ ਵਾਹਿਗੁਰੂ ਵਾਹਿਗੁਰੂ ਕਰਨਾ ਹੋਵੇ ਤਾਂ ਉਹ ਕਰ ਸਕਦਾ। ਇਹਦੇ ਲਈ ਕੋਈ ਪੈਸਾ ਨਹੀਂ ਲੱਗਦਾ, ਇਹਦੇ ਲਈ ਕੋਈ ਸਮੱਗਰੀ ਦੀ ਲੋੜ ਨਹੀਂ ਹੈ। ਇਹਦੇ ਵਾਸਤੇ ਕੋਈ ਤੁਹਾਨੂੰ ਟਿਕਟ ਨਹੀਂ ਦੇਣੀ ਪੈਂਦੀ, ਇਹਦੇ ਵਾਸਤੇ ਕੁਝ ਪੇ ਨਹੀਂ ਕਰਨਾ ਪੈਣਾ ਤੁਹਾਨੂੰ।
ਰੱਬ ਦੀ ਭਗਤੀ ਤਾਂ ਬਹੁਤ ਸੌਖੀ ਹੈ, ਬੜੀ ਸਸਤੀ ਹੈ, ਹਰ ਬੰਦਾ ਕਰ ਸਕਦਾ ਹੈ। ਕੋਈ ਵਿਅਕਤੀ ਨਹੀਂ ਕਹਿ ਸਕਦਾ ਜੀ ਮੇਰੀ ਸਮਰੱਥਾ ਨਹੀਂ ਹੈ। ਈਵਨ ਅਖੰਡ ਪਾਠ ਵੀ ਕਰਾਓਗੇ ਤਾਂ ਉਹਦੀ ਵੀ ਭੇਟਾ ਹੈ, ਸਹਿਜ ਪਾਠ ਕਰਾਓਗੇ ਉਹਦੀ ਵੀ ਭੇਟਾ ਹੈ, ਪਰ ਜੇ ਖੁਦ ਮੂਲ ਮੰਤਰ ਦਾ ਪਾਠ ਕਰੋਗੇ ਉਹਦੀ ਕੋਈ ਭੇਟਾ ਨਹੀਂ ਹੈ। ਹੁਣ ਵੀ ਭਾਈ ਸਾਹਿਬ ਨੇ ਕੀਰਤਨ ਕੀਤਾ, ਪਰਿਵਾਰ ਨੇ ਭੇਟਾ ਰੱਖੀ ਹੈ, ਉਹ ਠੀਕ ਹੈ, ਉਹਨਾਂ ਨੇ ਕਹਿ ਦਿੱਤਾ ਵੀ ਇਹ ਭੇਟਾ ਸੀ ਉਸੇ ਸੇਵਾ ਵਿੱਚ ਪਾਉਣੀ ਚਾਹੁੰਦੇ ਜਿਹੜੀ ਸੇਵਾ ਪਰਿਵਾਰ ਕਰ ਰਿਹਾ ਹੈ, ਪਰ ਹਰ ਚੀਜ਼ ਦੀ ਭੇਟਾ ਹੈ, ਉਸ ਪਰਮੇਸ਼ਰ ਦੇ ਨਾਮ ਦੀ ਕੋਈ ਭੇਟਾ ਨਹੀਂ ਹੈ। ਇਹ ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਹ। ਸੋ ਇਹ ਕਥਾ ਆਪਾਂ ਲੜੀਵਾਰ ਸੁਣ ਰਹੇ ਹਾਂ। ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਕੋ ਚੇਅਰਮੈਨ ਮੇਰੇ ਛੋਟੇ ਵੀਰ ਭਾਈ ਇੰਦਰਜੀਤ ਸਿੰਘ ਮੌਂਟੀ ਹੋਰਾਂ ਨੇ ਸਟੇਜ ਦੀ ਸੇਵਾ ਨਿਭਾਉਂਦੇ ਆ, ਸਮਾਗਮ ਦਾ ਮਨੋਰਥ ਵੀ ਦੱਸਿਆ, ਔਰ ਉਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਉਹਦਾ ਜ਼ਿਕਰ ਵੀ ਕੀਤਾ ਹੈ, ਕਿਉਂਕਿ ਇਹ ਜਿਹੜਾ ਟਾਈਮ ਟੀਵੀ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ, ਇਹ ਇਸ ਅਸਥਾਨ ਤੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਉਂਦਾ ਹੈ। ਅਗਰ ਅੱਜ ਕੋਈ ਮੈਨੂੰ ਵੀ ਦੁਨੀਆ ਵਿੱਚ ਜਾਣਦਾ ਹੈ ਤੇ ਜਿੱਥੇ ਇਸ ਕਰਕੇ ਜਾਣਦਾ ਹੈ ਕਿ ਮੈਂ ਹੈੱਡ ਗ੍ਰੰਥੀ ਬੰਗਲਾ ਸਾਹਿਬ ਆ, ਉੱਥੇ ਇਸ ਕਰਕੇ ਜ਼ਿਆਦਾ ਜਾਣਦਾ ਹੈ ਕਿ ਉਹ ਆਪਣੇ ਘਰ ਇਸ ਟੀਵੀ ਦੇ ਮਾਧਿਅਮ ਰਾਹੀਂ ਉਹ ਮੈਨੂੰ ਰੋਜ਼ ਵੇਖਦੇ ਨੇ। ਅਗਰ ਉਹ ਮੇਰੇ ਬੋਲਣ ਦਾ ਸਤਿਕਾਰ ਕਰਦੇ ਨੇ ਤੇ ਇਸ ਕਰਕੇ ਕਿ ਇਸ ਟੀਵੀ ਦੇ ਮਾਧਿਅਮ ਰਾਹੀਂ ਉਹ ਮੈਨੂੰ ਸੁਣਦੇ ਨੇ। ਔਰ ਇਹ ਸਾਰਾ ਜਿਹੜਾ ਟੀਵੀ ਦਾ ਕਾਰਜ ਆਰੰਭ ਕੀਤਾ ਸੀ ਉਹ ਇਹਨਾਂ ਦੇ ਇੱਕ ਬਰਖੁਰਦਾਰ ਬੱਚੇ ਨੇ ਸਰਦਾਰ ਸਤਬੀਰ ਸਿੰਘ ਹੋਰਾਂ ਨੇ ਕੀਤਾ ਸੀ, ਜਿਹੜਾ ਅੱਜ ਸਾਡੇ ਵਿੱਚ ਨਹੀਂ ਹੈ। ਬਹੁਤ ਜਵਾਨੀ ਦੀ ਉਮਰ ਵਿੱਚ ਉਹ ਬੱਚਾ ਚਲਾ ਗਿਆ। ਇਸੇ ਕਰਕੇ ਸਮਾਗਮ ਰੱਖਿਆ ਵੀ ਇਹ ਜਿਹੜੇ ਇਦਾਂ ਦੇ ਘਾਟੇ ਹੁੰਦੇ ਨੇ, ਮੈਂ ਬੇਨਤੀ ਕਰ ਰਿਹਾ ਸੀ ਦਰਦੀ ਸਾਹਿਬ ਨੂੰ ਵੀ ਇਹ ਤਾਂ ਤੁਹਾਡੀ ਫਾਊਂਡੇਸ਼ਨ ਤਕੜੀ ਹੈ। ਬੜੇ ਬੜੇ ਵੱਡੇ ਮਹਾਪੁਰਖ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਵਰਗੇ, ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲੇ, ਭਾਈ ਰਣਧੀਰ ਸਿੰਘ ਜੀ, ਹੋਰ ਐਸੀਆਂ ਜਿਹੜੀਆਂ ਬਖਸ਼ੀਆਂ ਨਵਾਜੀਆਂ ਰੂਹਾਂ ਇਹਨਾਂ ਦੇ ਘਰ ਆਉਂਦੀਆਂ ਰਹੀਆਂ, ਉਹਨਾਂ ਦੇ ਰਾਹੀਂ ਇਹਨਾਂ ਦੇ ਬਜ਼ੁਰਗ ਗੁਰੂ ਨਾਲ ਜੁੜੇ, ਗੁਰੂ ਵਾਲੇ ਬਣੇ, ਅੱਗੋਂ ਪਰਿਵਾਰ ਵਿੱਚ ਸਿੱਖੀ ਦਾ ਬੂਟਾ ਲੱਗਿਆ। ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਅੱਜ ਸਾਡੇ ਵਿੱਚ ਨਹੀਂ, ਸਰਦਾਰ ਗੁਰਚਰਨ ਸਿੰਘ ਜੀ ਟੌੜਾ, ਮੈਂ ਉਹਨਾਂ ਨੂੰ ਜਦੋਂ ਵੀ ਕਦੇ ਇਹੋ ਜਿਹੀ ਟ੍ਰੈਜਡੀ ਹੁੰਦੀ, ਕਿਤੇ ਦੁੱਖ ਦਾ ਭਾਣਾ ਵਰਤਦਾ, ਮੈਂ ਇੱਕ ਉਹਨਾਂ ਦੇ ਲੈਕਚਰ ਦੇ ਵਿੱਚ ਇੱਕ ਗੱਲ ਜ਼ਰੂਰ ਸੁਣਦਾ ਹੁੰਦਾ ਸੀ ਕਿ ਉਹ ਕਹਿੰਦੇ ਹੁੰਦੇ ਸੀ ਵੀ ਭਾਈ ਜਿਹੜਾ ਰਾਜਾ ਦਸ਼ਰਥ ਹੋਇਆ ਹੈ ਨਾ, ਜਦੋਂ ਉਹਦਾ ਪੁੱਤਰ ਸ਼੍ਰੀ ਰਾਮ 14 ਸਾਲ ਦਾ ਬਨਵਾਸ ਕਰਨ ਚੱਲਿਆ ਤੇ ਉਹ ਉੱਚੀ ਅਟਾਰੀ ਤੇ ਬੈਠ ਕੇ ਆਪਣੇ ਪੁੱਤਰ ਨੂੰ ਵੇਖਦਾ ਰਿਹਾ, ਪਰ ਜਦੋਂ ਪੁੱਤਰ ਦਿਸਣੋਂ ਹਟ ਗਿਆ ਤਾਂ ਉਸਨੇ ਪ੍ਰਾਣ ਤਿਆਗ ਦਿੱਤੇ। ਹਾਲਾਂਕਿ ਉਹਦਾ ਪੁੱਤਰ ਬਨਵਾਸ ਕੱਟਣ ਗਿਆ ਸੀ, ਦੁਨੀਆ ਤੋਂ ਨਹੀਂ ਸੀ ਗਿਆ। ਤੇ ਜੇ ਰਾਜੇ ਦਸ਼ਰਥ ਵਰਗਾ ਰਾਜਾ ਆਪਣੇ ਪੁੱਤਰ ਨੂੰ 14 ਸਾਲ ਬਨਵਾਸ ਗਿਆ ਬਰਦਾਸ਼ਤ ਨਹੀਂ ਕਰ ਸਕਿਆ, ਤਾਂ ਇਹ ਬਹੁਤ ਔਖਾ ਹੈ ਇੱਕ ਪਿਤਾ ਵਾਸਤੇ ਕਿ ਉਹ ਆਪਣੇ ਪੁੱਤਰ ਦੀ ਮੌਤ ਨੂੰ ਬਰਦਾਸ਼ਤ ਕਰ ਸਕੇ। ਫਿਰ ਉਹ ਦੂਸਰੀ ਗੱਲ ਦਾ ਵੀ ਜ਼ਿਕਰ ਕਰਦੇ ਸੀ, ਕਹਿੰਦੇ ਜਿਹੜਾ ਯੁਧਿਸ਼ਟਰ ਸੀ, ਕਹਿੰਦੇ ਉਹ ਜਦੋਂ ਧਰਮ ਰਾਜੇ ਕੋਲ ਗਿਆ ਤੇ ਧਰਮ ਰਾਜੇ ਨੇ ਇੱਕ ਗੱਲ ਪੁੱਛੀ ਸੀ ਕਿ ਯੁਧਿਸ਼ਟਰ ਤੂੰ ਮਾਤ ਲੋਕ ਵਿੱਚੋਂ ਆਇਆ ਹੈ, ਲੋਕਾਂ ਨੇ ਤੇਰਾ ਨਾਮ ਰੱਖਿਆ ਸੀ ਕਿ ਤੂੰ ਮੇਰਾ ਪੁੱਤਰ ਹੈ, ਤੂੰ ਮੇਰਾ ਧਰਮ ਪੁੱਤਰ ਹੈ, ਤੇ ਪੁੱਤਰ ਮੈਨੂੰ ਇੱਕ ਗੱਲ ਦੱਸ ਕਿ ਤੂੰ ਸੰਸਾਰ ਦੇ ਵਿੱਚ ਕੋਈ ਅਚਰਜ ਗੱਲ ਵੇਖੀ, ਕੋਈ ਐਸੀ ਪੀੜਾਦਾਇਕ ਕੋਈ ਗੱਲ ਵੇਖੀ, ਤੂੰ ਕੀ ਵੇਖਿਆ?
ਉਹਨੇ ਕਿਹਾ ਜੀ ਮੈਂ ਇੱਕ ਗੱਲ ਤੇ ਇਹ ਵੇਖੀ ਹੈ ਵੀ ਉੱਥੇ ਪਤਾ ਸਭ ਨੂੰ ਹੈ ਮਰ ਜਾਣਾ ਹੈ, ਪਰ ਉੱਥੇ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੈ। ਕਹਿਣ ਲੱਗੇ ਇਸ ਤੋਂ ਇਲਾਵਾ ਹੋਰ ਕੀ ਵੇਖਿਆ? ਕੋਈ ਐਸੀ ਕੋਈ ਭਾਰੀ ਵਸਤੂ ਵੇਖੀ ਜਿਹੜੀ ਕੋਈ ਵਿਅਕਤੀ ਨਾ ਚੁੱਕ ਸਕਦਾ ਹੋਵੇ? ਤਾਂ ਉਹਨੇ ਕਿਹਾ ਵੀ ਹਾਂ ਪਿਤਾ ਜੀ ਮੈਂ ਵੇਖਿਆ ਕਿ ਸੰਸਾਰ ਦੇ ਵਿੱਚ ਸਭ ਤੋਂ ਭਾਰੀ ਵਸਤੂ ਜਿਹੜੀ ਹੈ ਉਹ ਪੁੱਤਰ ਦੀ ਲਾਸ਼ ਹੈ, ਜਿਹੜੀ ਇੱਕ ਬਾਪ ਨਹੀਂ ਚੁੱਕ ਸਕਦਾ। ਬਾਪ ਦੁਨੀਆ ਦਾ ਹਰ ਦੁੱਖ ਚੁੱਕ ਸਕਦਾ ਹੈ, ਹਰ ਕਰਜ਼ਾ ਚੁੱਕ ਸਕਦਾ ਹੈ, ਹਰ ਮੁਸੀਬਤ ਚੁੱਕ ਸਕਦਾ ਹੈ, ਪਰ ਜੇ ਨਹੀਂ ਚੁੱਕ ਸਕਦਾ ਤੇ ਉਹ ਆਪਣੇ ਪੁੱਤਰ ਦੀ ਡੈੱਡ ਬੋਡੀ ਨਹੀਂ, ਲਾਸ਼ ਨਹੀਂ ਚੁੱਕ ਸਕਦਾ। ਸੋ ਇਹ ਬਹੁਤ ਵੱਡਾ ਕੱਟ ਹੈ। ਇਸੇ ਕਰਕੇ ਆਪਾਂ ਪਹਿਲਾਂ ਵੀ ਅਰਦਾਸ ਕੀਤੀ ਹੈ, ਫਿਰ ਅਰਦਾਸ ਕਰਨੀ ਹੈ ਕਿ ਇਹ ਜਿਹੜੇ ਕਾਰਜ ਉਹਨਾਂ ਬੱਚਿਆਂ ਨੇ ਆਰੰਭ ਕੀਤੇ, ਇਹ ਕਾਰਜ ਨਿਰੰਤਰ ਚੱਲ ਸਕਣ। ਇਹਦੇ ਲਈ ਕਿਉਂਕਿ ਮੈਨ ਪਾਵਰ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ, ਹਰ ਕੰਮ ਦੇ ਲਈ ਮੈਨ ਪਾਵਰ ਹੁੰਦੀ ਹੈ, ਪਰ ਸਤਬੀਰ ਸਿੰਘ ਇਕੱਲਾ ਮੈਨ ਪਾਵਰ ਨਹੀਂ ਸੀਗਾ, ਉਹ ਇਸ ਕਾਰਜ ਦਾ ਬ੍ਰੇਨ ਸੀਗਾ। ਅਮਰੀਕਾ ਤੋਂ ਪੜ੍ਹ ਕੇ ਆਇਆ ਸੀਗਾ, ਬਕਾਇਦਾ ਸਟੱਡੀ ਕਰਕੇ ਆਇਆ, ਔਰ ਉਹਨੇ ਇਸ ਕਾਰਜ ਨੂੰ ਜਦੋਂ ਵਧਾਉਣ ਦੀ ਗੱਲ ਕੀਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਘਰ ਤੋਂ ਕੀਤੀ। ਸੋ ਅੱਜ ਇਹ ਸਮਾਗਮ ਜਿਹੜਾ ਹੈ ਇਹ ਟਾਈਮ ਟੀਵੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਉਡੀਕਿਆ ਗਿਆ ਹੈ। ਪਰਿਵਾਰ ਸਾਰਾ ਇੱਥੇ ਖੁਦ ਸ਼ਾਮਲ ਹੈ। ਸਾਡੀ ਸਾਰਿਆਂ ਦੀ ਅਰਦਾਸ ਹੈ ਵਾਹਿਗੁਰੂ ਉਸ ਬੱਚੇ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਨਿਵਾਸ ਦੇਣ, ਔਰ ਇਹ ਅਕੈ ਔਰ ਅਸਹਿ ਭਾਣਾ ਹੈ ਜਿਹਦੇ ਲਈ ਮੈਂ ਪਹਿਲੇ ਦਿਨ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਨੋ ਵਰਡ, ਇਹਦੇ ਲਈ ਕੋਈ ਸ਼ਬਦ ਨਹੀਂ ਹੈ ਜਿਹੜਾ ਇਹਨਾਂ ਇਸ ਦੁੱਖ ਦੇ ਅਹਿਸਾਸ ਨੂੰ ਸ਼ਬਦਾਂ ਨਾਲ ਅਸੀਂ ਕਹਿ ਸਕਦੇ ਹੋਈਏ, ਜਾਂ ਅਸੀਂ ਕਿਸੇ ਨੂੰ ਕੋਈ ਭਾਣਾ ਮੰਨਣ ਦੀ ਕੋਈ ਧਰਵਾਸ ਦੇ ਸਕਦੇ ਹੋਈਏ। ਇਹ ਐਸਾ ਘਾਟਾ ਹੈ ਇੱਕ ਪਰਿਵਾਰ ਵਾਸਤੇ, ਔਰ ਮੈਂ ਤੇ ਸਮਝਦਾ ਵੀ ਸਾਡੇ ਸਾਰਿਆਂ ਵਾਸਤੇ ਘਾਟਾ ਹੈ ਕਿ ਜਿਸ ਬੱਚੇ ਦੇ ਉਦਮ ਨਾਲ ਪਤਾ ਨਹੀਂ ਕਿੰਨੇ ਕਰੋੜਾਂ ਲੋਕ ਰੋਜ਼ ਗੁਰਬਾਣੀ ਸੁਣਦੇ, ਅੱਜ ਉਹ ਬੱਚਾ ਸਾਡੇ ਵਿੱਚ ਨਹੀਂ ਹੈ। ਸੋ ਆਪਾਂ ਸਾਰੇ ਅਸੀਸ ਦਈਏ ਕਿ ਸੱਚੇ ਪਾਤਸ਼ਾਹ ਉਹਨੂੰ ਆਵਾਗਮਨ ਤੋਂ ਰੱਖ ਲੈਣ, ਪਿੱਛੇ ਜਿਹੜਾ ਪਰਿਵਾਰ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ। ਸੋ ਆਓ ਜਿਤਨਾ ਸਮਾਂ ਸਾਡੇ ਕੋਲ ਹੈ ਆਪਾਂ ਇਸ ਲੜੀ ਵਿੱਚ ਜੁੜੀਏ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਸੀ ਕਿ ਭਾਈ ਇਹ ਕਰਮ ਕਾਂਡ ਨਾ ਕਰੋ। ਹੁਣ ਜਦੋਂ ਇਹ ਗੱਲ ਚੱਲੀ ਤਾਂ ਜਿਹੜੇ ਉੱਥੇ ਲੋਕ ਇਕੱਠੇ ਹੋਏ ਸਨ ਬ੍ਰਿੰਦਾਵਨ ਦੇ ਵਿੱਚ, ਉੱਥੇ ਜੋਗੀ ਵੀ ਸਨ, ਜਪੀ ਵੀ ਸਨ, ਤਪੀ ਵੀ ਸਨ, ਸੰਨਿਆਸੀ ਵੀ ਸਨ, ਇੱਥੋਂ ਤੱਕ ਦਿਸ਼ਪਟ ਵੀ ਸਨ, ਅਲਫ ਨੰਗੇ ਜਿਹੜੇ ਕੱਪੜੇ ਹੀ ਨਹੀਂ ਪਾਉਂਦੇ, ਉਹ ਲੋਕ ਵੀ ਉੱਥੇ ਹਾਜ਼ਰ ਸਨ। ਸੋ ਇਹਨਾਂ ਫਿਰ ਸਾਰਿਆਂ ਨੇ ਗੁਰੂ ਸਾਹਿਬ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਸੱਚੇ ਪਾਤਸ਼ਾਹ ਨੇ ਫਿਰ ਰਾਮਕਲੀ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਜਿਹੜਾ ਸ਼ਬਦ ਆਪਾਂ ਨੇ ਕੱਲ ਇਹ ਕਥਾ ਸੁਣੀ ਹੈ ਕਿ ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹਿ, ਸਾ ਧਰਤੀ ਸੋ ਪੌਣ ਝੁਲਾਰੇ, ਜੁਗ ਜੀ ਖੇਲੇ ਥਾਮ ਕੈਸੇ। ਸਤਿਗੁਰੂ ਕਹਿਣ ਲੱਗੇ ਭਾਈ ਤੁਸੀਂ ਕਹਿੰਦੇ ਹੋ ਕਲਯੁਗ ਹੈ ਜੀ, ਮਾੜਾ ਹੈ ਜੀ। ਕਲਯੁਗ ਇਸ ਕਰਕੇ ਨਹੀਂ ਹੈ ਕਿ ਸਤਯੁਗ ਵਿੱਚ ਹੋਰ ਸੂਰਜ ਸੀ, ਚੰਦਰਮਾ ਹੋਰ ਸੀ, ਧਰਤੀ ਹੋਰ ਸੀ, ਪਾਣੀ ਹੋਰ ਸੀ, ਹਵਾ ਹੋਰ ਸੀ, ਤਾਰੇ ਹੋਰ ਸਨ, ਤ੍ਰੇਤੇ ਵਿੱਚ ਹੋਰ ਸਨ, ਦਵਾਪਰ ਵਿੱਚ ਹੋਰ ਸਨ, ਤੇ ਕਲਯੁਗ ਵਿੱਚ ਤਾਂ ਹੋਰ ਹੀ ਆ ਗਏ। ਸਤਿਗੁਰੂ ਕਹਿੰਦੇ ਨਹੀਂ ਭਾਈ, ਇਹੋ ਹੀ ਤਾਰੇ ਸਤਯੁਗ ਵਿੱਚ ਸਨ, ਉਹੀ ਤ੍ਰੇਤੇ ਦਵਾਪਰ ਵਿੱਚ ਸਨ, ਉਹੀ ਕਲਯੁਗ ਵਿੱਚ ਨੇ। ਉਦੋਂ ਵੀ ਇਹੋ ਸੂਰਜ ਸੀ, ਇਹੋ ਚੰਦਰਮਾ ਸੀ, ਇਹੋ ਧਰਤੀ ਸੀ, ਇਹੀ ਪਾਣੀ ਸੀ, ਇਹੀ ਹਵਾਵਾਂ ਸਨ। ਉਦੋਂ ਦੀਆਂ ਹਵਾਵਾਂ ਕੋਈ ਹੋਰ ਨਹੀਂ ਸਨ। ਫਿਰ ਕਲਯੁਗ ਕਿਵੇਂ ਹੋ ਗਿਆ? ਫਿਰ ਸਤਿਗੁਰੂ ਜੀ ਨੇ ਦੱਸਿਆ ਕਿ ਭਾਈ ਕਲਯੁਗ ਇਸ ਕਰਕੇ ਹੋਇਆ ਕਿ ਲੋਕ ਜਿਹੜੇ ਨੇ ਮਾਨਵ ਮਲਨ ਬੁੱਧੀ ਭਏ ਜਾਂ ਤੇ ਕਲੀ ਲਖਾਏ।
ਸੂਰਜ ਚੰਦਰਮਾ ਧਰਤੀ ਨਹੀਂ ਬਦਲੀ, ਅਸਲ ਵਿੱਚ ਬੰਦੇ ਬਦਲ ਗਏ। ਬੰਦਿਆਂ ਦੀ ਬੁੱਧੀ ਮਲੀਨ ਹੋ ਗਈ ਹੈ। ਔਰ ਬੰਦਿਆਂ ਦੇ ਵਿੱਚ ਕੀ ਹੈ? ਪੁੰਨ ਇਨਕੋ ਵਿਸ਼ਵਾਸ ਕਿਆ ਕਲ ਜੇ ਨਰ ਜਨਮਾਏ। ਫਿਰ ਅੱਜ ਇਸ ਬੰਦੇ ਦੀ ਸੀਮਾ ਕੀ ਹੈ? ਆਜੂ ਕੀ ਹੈ? ਕੁਛ ਵੀ ਨਹੀਂ। ਬਰਖਾ ਵਿਖੇ ਬੁੱਧਬਦਾ ਜੈਸੇ ਉਪਜਤ ਬਿਨਸਤ ਹੈ ਇਹ ਤੈਸੇ। ਕਹਿੰਦੇ ਬੰਦੇ ਦੀ ਬੁਨਿਆਦ ਇਹ ਹੈ ਕਿ ਜਦੋਂ ਮੀਂਹ ਪੈਂਦਾ ਹੈ ਤੇ ਪਾਣੀ ਵਿੱਚ ਬੁਲਬੁਲੇ ਪੈਦਾ ਹੁੰਦੇ ਨੇ, ਤੇ ਤੁਸੀਂ ਵੇਖਿਆ ਵੀ ਉਹਨਾਂ ਦੀ ਉਮਰ ਕਿੰਨੀ ਹੈ? ਉਹਨਾਂ ਦੀ ਉਮਰ ਸੈਕਿੰਡਾਂ ਵਿੱਚ ਹੁੰਦੀ, ਮਿੰਟਾਂ 'ਚ ਨਹੀਂ ਹੁੰਦੀ, ਕਿਉਂਕਿ ਪਾਣੀ ਵਿੱਚ ਹਵਾ ਬਣਦੀ ਹੈ ਤੇ ਉਹ ਬੁਲਬੁਲਾ ਬਣ ਜਾਂਦਾ ਹੈ। ਜਦੋਂ ਉਹ ਹਵਾ ਨਿਕਲ ਜਾਂਦੀ ਹੈ ਬੁਲਬੁਲਾ ਟੁੱਟ ਜਾਂਦਾ ਹੈ। ਤੋ ਇੱਥੇ ਫਿਰ ਸਤਿਗੁਰੂ ਪਿਤਾ ਜੀ ਨੇ ਇਹਨਾਂ ਸਾਰਿਆਂ ਨੂੰ ਉਪਦੇਸ਼ ਕਰਕੇ ਸਮਝਾਇਆ ਕਿ ਵੇਖੋ ਭਾਈ, ਇਹ ਜਿਹੜਾ ਤੁਸੀਂ ਅਥਰਵਣ ਵੇਦ ਹੈ, ਤੁਹਾਡਾ 4 ਵੇਦ ਨੇ, ਅਥਰਵਣ ਵੇਦ ਪੜ੍ਹਿਆ ਤੁਸੀਂ? ਹਾਂਜੀ। ਸ੍ਰੁਚਰ ਰੰਗ ਜੋ ਹੋਏ ਮਨੂਰਾ, ਬੋਲਤ ਬਾਣੀ ਅਤਿਸ਼ੈ ਰੂਰਾ। ਵੇਦ ਅਥਰਵਣ ਮਥ ਕਰ ਸਭ ਹੀ, ਹਰ ਕੀਰਤ ਗਤ ਦੇਵਤ ਅਬ ਹੀ। ਅਥਰਵਣ ਵੇਦ ਵਿੱਚ ਲਿਖਿਆ ਕਿ ਜਿਹੜਾ ਰੱਬ ਦਾ ਨਾਮ ਹੈ ਉਹ ਤੁਹਾਨੂੰ ਮੁਕਤੀ ਦੇਵੇਗਾ। ਸੱਚ ਨਾ ਕਮਾਵੋ ਹੋਏ ਨਾ ਸੂਚੋ, ਸੱਚ ਨਾਮ ਕਰ ਬੰਧਨ ਮੂਚੋ। ਕਿ ਜੇ ਭਾਈ ਤੁਸੀਂ ਨਾਵਣ ਧੋਵਣ ਬਿਰਥਾ ਸਾਰੇ, ਰਾਗ ਦਵੈਖ ਮਲ ਨਹੀਂ ਉਤਾਰੇ। ਜੇ ਨਹਾਉਣ ਧੋਣ ਤੱਕ ਸੀਮਤ ਰਹੋਗੇ ਤੇ ਇਹਦੇ ਨਾਲ ਨਾ ਤੇ ਰਾਗ ਖਤਮ ਹੋਏਗਾ, ਨਾ ਦਵੈਸ਼ ਖਤਮ ਹੋਏਗੀ, ਨਾ ਤੇ ਸਾਡੀ ਝੂਠੀ ਮਮਤਾ ਮੁੱਕੇਗੀ, ਨਾ ਸਾਡੀ ਈਰਖਾ ਤੇ ਵੈਰ ਵਿਰੋਧ ਮੁੱਕਣਗੇ। ਇਸ ਕਰਕੇ ਰੱਬ ਦੇ ਨਾਮ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਹੈ। ਫਿਰ ਇੱਥੇ ਸਤਿਗੁਰੂ ਜੀ ਨੇ ਸਮਝਾਇਆ ਕਿ ਬੰਦੇ ਕਰ ਕੀ ਰਹੇ ਨੇ? ਨਹਾ ਧੋ ਤੇ ਲੈਂਦੇ ਨੇ। ਰੁਚਰ ਰੰਗ ਜੋ ਹੋਏ ਮਯੂਰਾ। ਸਤਿਗੁਰੂ ਕਹਿੰਦੇ ਮੋਰ ਦੇ ਪੰਖਾਂ ਨਾਲੋਂ, ਪੰਛੀ ਮੋਰ ਨਾਲੋਂ ਤਾਂ ਸੁੰਦਰ ਰੰਗ ਕਿਸੇ ਦਾ ਨਹੀਂ। ਮੋਰ ਦਾ ਰੰਗ ਪੰਛੀਆਂ ਦੇ ਵਿੱਚੋਂ ਸਭ ਤੋਂ ਸੁੰਦਰ ਹੈ, ਪਰ ਹੋ ਕੀ ਰਿਹਾ? ਬੋਲਤ ਬਾਣੀ ਅਤਿਸ਼ੈ ਰੂਰਾ। ਫਿਰ ਜਦ ਜਿਹੜਾ ਮੋਰ ਹੈ ਉਹ ਬੋਲਦਾ ਵੀ ਠੀਕ ਹੈ, ਉਹਦੇ ਕੱਪੜੇ, ਉਹਦੇ ਖੰਭ ਜਿਹੜੇ ਨੇ, ਉਹਦੇ ਰੰਗ ਜਿਹੜੇ ਨੇ ਉਹ ਵੀ ਠੀਕ ਨੇ। ਹਾਂਜੀ। ਬੀਨ ਬੀਨ ਕਿਰਮਨ ਕੋ ਖਾਹੀ, ਤਿਉ ਦੰਬੀ ਪੇ ਅਬ ਜਗ ਮਾਹੀ। ਪਰ ਇਹ ਪਤਾ ਹੈ ਤੁਹਾਨੂੰ ਮੋਰ ਖਾਂਦਾ ਕੀ ਹੈ? ਮੋਰ ਬੜਾ ਸੋਹਣਾ ਹੈ, ਬੋਲਦਾ ਵੀ ਸੋਹਣਾ ਹੈ, ਵੇਖਣ ਨੂੰ ਉਹਦਾ ਰੰਗ ਰੂਪ ਵੀ ਬੜਾ ਸੋਹਣਾ ਹੈ। ਪਰ ਕਦੇ ਇਹ ਪਤਾ ਕੀਤਾ ਵੀ ਉਹਦੀ ਖੁਰਾਕ ਕੀ ਹੈ, ਉਹਦੀ ਡਾਈਟ ਕੀ ਹੈ, ਉਹ ਖਾਂਦਾ ਕੀ ਹੈ? ਕਹਿੰਦੇ ਕੀੜੇ ਲੱਭ ਕੇ ਖਾਂਦਾ ਹੈ। ਦੇਖੋ ਅਸੀਂ ਤੇ ਪਿੰਡਾਂ ਦੇ ਰਹਿਣ ਵਾਲੇ ਲੋਕ ਆ, ਸਾਨੂੰ ਤੇ ਇਹ ਵੀ ਪਤਾ ਵੀ ਜਿੱਥੇ ਮੋਰ ਹੋਵੇ ਉੱਥੇ ਸੱਪ ਨਹੀਂ ਹੁੰਦਾ। ਮੋਰ ਸੱਪ ਨੂੰ ਵੀ ਖਾ ਜਾਂਦਾ ਹੈ। ਔਰ ਮਾਰਦਾ ਕਿਵੇਂ ਹੈ? ਉਹਨੂੰ ਚੁੱਕ ਕੇ ਉੱਡ ਜਾਂਦਾ, ਉੱਤੋਂ ਜਾ ਕੇ ਫੇਰ ਸੁੱਟ ਦਿੰਦਾ, ਕਿਉਂਕਿ ਉਹਦੀ ਆਪਣੀ ਉਡਾਰੀ ਵੀ ਓਨੀ ਕੀ ਹੁੰਦੀ ਹੈ। ਮੋਰ ਦੀ ਜਿਹੜੀ ਖੁਰਾਕ ਹੈ ਉਹ ਕੀੜੇ ਹੈ। ਸਤਿਗੁਰੂ ਕਹਿੰਦੇ ਬੰਦਿਆ ਤੇਰੀ ਹਾਲਤ ਵੀ ਤਾਂ ਇਹੀ ਹੈ, ਵੇਖਣ ਨੂੰ ਸੋਹਣਾ, ਗੱਲਾਂ ਤੇਰੀਆਂ ਸੁਣੀਏ ਤੇ ਉਦੋਂ ਸੋਹਣੀਆਂ, ਪਰ ਜੇ ਵੇਖੀਏ ਵੀ ਤੂੰ ਖਾਂਦਾ ਪੀਂਦਾ ਕੀ ਹੈ, ਤੇ ਖਾਣਾ ਪੀਣਾ ਤੇਰਾ ਜਿਹੜਾ ਹੈ ਬੀਨ ਬੀਨ ਕਿਰਮਨ ਕੋ ਖਾਹੀ, ਤਿਉ ਦੰਬੀ ਪੇ ਅਬ ਜਗ ਮਾਹੀ। ਸਤਿਗੁਰੂ ਕਹਿਣ ਲੱਗੇ ਸੁਣੋ ਪੰਡਤ ਜਨੋ, ਸੰਨਿਆਸੀਓ, ਤਪੀਓ, ਤਪੀਸਰੋ, ਸੁਣੋ। ਤੁਹਾਡੇ ਵਿੱਚ ਲੋਕ ਜਿਵੇਂ ਮੋਰ ਚੁਣ ਚੁਣ ਕੇ ਕੀੜੇ ਖਾਂਦਾ ਹੈ, ਅੱਜ ਤੁਹਾਡੀ ਹਾਲਤ ਇਹ ਹੈ। ਗੱਲਾਂ ਸੋਹਣੀਆਂ ਕਰਦੇ ਹੋ, ਕੱਪੜੇ ਸੋਹਣੇ ਪਾਉਂਦੇ ਹੋ, ਪਰ ਮੋਰ ਵਾਲੀ ਹਾਲਤ ਹੈ ਤੇ ਤੁਸੀਂ ਕੀੜੇ ਚੁਣ ਚੁਣ ਕੇ ਖਾਂਦੇ ਹੋ। ਹਾਂਜੀ। ਕਾਮ ਕ੍ਰੋਧ ਪੁਨ ਲੋਭ ਅਤੀਨਾ, ਅਹੰਕਾਰ ਅਤਿਸ਼ੈ ਮਨ ਭੀਨਾ। ਤੁਹਾਡੇ ਵਿੱਚ ਕਾਮ, ਕ੍ਰੋਧ, ਲੋਭ, ਅਹੰਕਾਰ, ਇਹ ਸਾਰਾ ਕੁਝ ਭਰਿਆ ਹੋਇਆ ਹੈ।
ਇਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਭਰੀਆਂ ਹੋਈਆਂ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਵੀ ਹੋਵੇ ਸਾਧੂ ਤੇ 20 25 30 ਬੰਦੇ ਉਹਦੇ ਨਾਲ ਬੰਦੂਕਾਂ ਵਾਲੇ ਤੁਰੇ ਫਿਰਦੇ ਹੋਣ, ਵੀ ਪੁੱਛੋ ਵੀ ਬਾਬਾ ਜੇ ਤੇਰਾ ਵੀ ਲੋਕਾਂ ਨਾਲ ਵੈਰ ਵਿਰੋਧ ਹੈ ਤੇ ਸਾਡਾ ਸੰਸਾਰੀਆਂ ਦਾ ਕੀ ਬਣੇਗਾ। ਵੇਖੋ ਸਾਡੀ ਲੜਾਈ ਦੀ ਤੇ ਗੱਲ ਸਮਝ ਆਉਂਦੀ ਹੈ, ਕੋਈ ਹੱਟੀ ਤੋਂ ਲੜਦਾ ਹੈ, ਕੋਈ ਵੱਟ ਤੋਂ ਲੜਦਾ ਹੈ, ਕੋਈ ਜੱਟ ਪੈਲੀ ਤੋਂ ਲੜਦਾ ਹੈ, ਕੋਈ ਪਾਣੀ ਦੇ ਟਾਈਮ ਤੋਂ ਲੜਦਾ ਹੈ। ਆਪਾਂ ਸੰਸਾਰੀ ਲੋਕ ਤੇ ਗੱਲ ਸਮਝ ਆ ਗਈ। ਪਰ ਜੇ ਇੱਕ ਇਹ ਕਹਿਣ ਵਾਲਾ ਵਿਅਕਤੀ ਕਿ ਮੈਂ ਤੇ ਤਿਆਗੀ ਹਾਂ ਜੀ, ਮੈਂ ਤੇ ਘਰ-ਬਾਰ ਛੱਡ ਦਿੱਤਾ ਹੈ ਜੀ, ਮੈਂ ਤੇ ਮੋਹ ਮਮਤਾ ਛੱਡ ਦਿੱਤੀ ਹੈ ਜੀ। ਦੇਖੋ ਜਿਹੜਾ ਗੁਰੂ ਨਾਨਕ ਸਾਹਿਬ ਦਾ ਧਰਮ ਹੈ ਉਹ ਗ੍ਰਸਥ ਹੈ, ਉਹਦੇ ਵਿੱਚ ਸੰਨਿਆਸ ਨੂੰ, ਉਹਦੇ ਵਿੱਚ ਬਾਕੀ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ ਹੀ ਨਹੀਂ। ਬਿਲਕੁਲ ਇਸ ਗੱਲ ਦੀ ਕੋਈ ਵਡਿਆਈ ਸਿੱਖੀ ਵਿੱਚ ਨਹੀਂ ਹੈ ਕਿ ਕੋਈ ਆਦਮੀ ਤੁਹਾਨੂੰ ਇਹ ਆ ਕੇ ਕਵੇ ਕਿ ਮੈਂ ਵਿਆਹ ਨਹੀਂ ਕੀਤਾ, ਇਸ ਕਰਕੇ ਮੇਰੀ ਪੂਜਾ ਕਰੋ, ਮੇਰੀ ਫੋਟੋ ਲਾਓ, ਮੈਂ ਵੱਡਾ ਹਾਂ। ਸਤਿਗੁਰੂ ਕਹਿੰਦੇ ਨੇ ਨਹੀਂ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜੇ ਬਿਨਾਂ ਸ਼ਾਦੀ ਤੋਂ ਵਡਿਆਈ ਹੈ ਤੇ ਬਾਬਾ ਤੇਰੀ ਨਹੀਂ ਹੋ ਸਕਦੀ, ਖੁਸਰੇ ਦੀ ਹੋਏਗੀ, ਕਿਉਂਕਿ ਉਹ ਤੇ ਵਿਆਹ ਕਰ ਹੀ ਨਹੀਂ ਸਕਦਾ। ਤੂੰ ਤੇ ਫਿਰ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ, ਕਿਉਂਕਿ ਅੱਜ ਜਿਹੜੇ ਹਾਲਾਤ ਸਾਹਮਣੇ ਆ ਰਹੇ ਨੇ ਉਹ ਬਹੁਤੇ ਅੱਛੇ ਨਹੀਂ ਹੈ। ਅੱਜ ਜਿੰਨੇ ਸੋ ਕਾਲਡ ਗੁਰੂ ਅੰਦਰ ਬੈਠੇ ਨੇ, ਤੁਸੀਂ ਪੁੱਛੋ ਇਹਨਾਂ ਚੋਂ, ਉਹ ਜਦੋਂ ਆਸਾਰਾਮ ਹੈਲੀਕਾਪਟਰ ਤੇ ਚੜ੍ਹਿਆ ਨਾ, ਇਹ ਉਹਦੀ ਸਪੀਚ ਤੁਸੀਂ ਵੀ ਸੁਣੀ ਹੋਣੀ, ਮੈਂ ਵੀ ਸੁਣੀ ਹੈ। ਕਹਿੰਦਾ मैंने मेरे को कहता हेलीकॉप्टर वाले ने बोला कि बाबा तिहाड़ जेल आ गई देखो। कहता मैं क्या लगा चक्कर, इस पे भी कभी वहाँ भी आना पड़ सकता है। बाबा नानक भी गए थे, पर बाबा नानक किसी ਦੀਆਂ ਧੀਆਂ ਭੈਣਾਂ ਨਾਲ बुराई थोड़ा करता ਸੀ। किथे तू किथे बाबा नानक। मतलब ਬੰਦੇ ਨੂੰ ਸ਼ਰਮਿੰਦਗੀ ਵੀ ਨਹੀਂ ਆਉਂਦੀ। ਜਦੋਂ ਅਸੀਂ ਗੱਲਾਂ ਕਰਦੇ ਹਾਂ ਉਦੋਂ ਅਸੀਂ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸ਼ੁੱਧਾਂ ਕਾਲੀਆਂ, ਬਾਹਰੋਂ ਚਿਟਵੀਆਂ, ਤੇ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇਂ ਦਰ ਖੜੀਆਂ। ਸਤਿਗੁਰੂ ਦੀ ਬਾਣੀ 'ਚ ਲਿਖਿਆ ਹੋਇਆ ਹੈ, ਗੱਲੀ ਹਉ ਸੁਹਾਗਣ ਭੈਣੇ। ਐ ਮੇਰੀਏ ਭੈਣੇ, ਜੇ ਤੂੰ ਗੱਲਾਂ ਦੀ ਗੱਲ ਕਰੇ ਤੇ ਮੇਰੇ ਤੋਂ ਵੱਡੀ ਸੁਹਾਗਣ ਕੋਈ ਨਹੀਂ ਹੈ। ਤੋ ਸਾਰੀਆਂ ਕਹਿੰਦੀਆਂ ਵੀ ਤੇਰਾ ਪਤੀ, ਕਹਿੰਦੀ ਕੰਤ ਨਾ ਕਬਹੂ ਮੈਂ ਮਿਲਿਆ, ਘਰ ਵਾਲੇ ਦਾ ਮੂੰਹ ਵੀ ਨਹੀਂ ਵੇਖਿਆ, ਉਹਦਾ ਕਹੀ ਜਾਂਦੀ ਮੈਂ ਸੁਹਾਗਣ ਆ। ਸਾਡੇ ਬਜ਼ੁਰਗਾਂ ਨੇ ਤਾਂ ਬਹੁਤ ਸੋਹਣਾ ਇੱਕ ਮੁਹਾਵਰਾ ਬਣਾਇਆ ਸੀ ਕਿ ਗੱਲੀ ਬਾਤੀ ਮੈਂ ਚੰਗੀ ਤੇ ਕਰਤੂਤੀ ਮੇਰੀ ਜਠਾਣੀ। ਵੀ ਜੇ ਰੋਟੀ ਪਕਾਉਣ ਦੀ ਗੱਲ ਕਰੀਏ, ਸਬਜ਼ੀ ਬਣਾਉਣ ਦੀ ਗੱਲ ਕਰੀਏ, ਘਰ 'ਚ ਕਾਰ ਵਿਹਾਰ ਦੀ ਗੱਲ ਕਰੀਏ, ਕਹਿੰਦੇ ਇਹ ਚੱਜ ਤੇ ਮੇਰੀ ਜਠਾਣੀ ਨੂੰ ਆਉਂਦੇ ਨੇ। ਤੇ ਜੇ ਮੰਜੀ ਤੇ ਬਿਠਾ ਕੇ ਕੋਈ ਗੱਲਾਂ ਕਰਾਉਣੀਆਂ ਹੋਣ ਤੇ ਕਹਿੰਦੀ ਗੱਲਾਂ ਤੇ ਮੈਨੂੰ ਆਉਂਦੀਆਂ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇਹ ਤਰੀਕਾ ਠੀਕ ਨਹੀਂ ਹੈ ਕਿ ਤੁਸੀਂ ਮੋਰ ਵਰਗੇ ਹੋ ਜਾਓ ਕਿ ਕੱਪੜੇ ਸੋਹਣੇ ਪਾ ਲਓ, ਗੱਲਾਂ ਸੋਹਣੀਆਂ ਕਰੋ ਤੇ ਕੀੜੇ ਚੁਣ ਚੁਣ ਕੇ ਖਾਓ ਤੁਸੀਂ। ਕਾਮ ਕ੍ਰੋਧ ਪੁਨ ਲੋਭ ਅਧੀਨਾ। ਤੁਹਾਡੇ ਵਿੱਚ ਕਾਮ ਹੈ, ਤੁਹਾਡੇ ਵਿੱਚ ਕ੍ਰੋਧ ਹੈ, ਤੁਹਾਡੇ ਵਿੱਚ ਲੋਭ ਹੈ। ਇੱਥੇ ਬਸ ਨਹੀਂ, ਅਹੰਕਾਰ ਅਤਿਸ਼ੈ ਮਨ ਭੀਨਾ। ਹੰਕਾਰ ਉਦੋਂ ਵੱਡਾ। ਹੁਣ ਜਿਹੜੇ ਮਹਾਪੁਰਖ ਬੰਦੂਕਾਂ ਚੁੱਕੀ ਫਿਰਦੇ ਨੇ, ਪੁੱਛੋ ਵੀ ਤੁਹਾਡੀ ਸੰਸਾਰੀਆਂ ਨਾਲ ਲੜਾਈ ਹੈ? ਨਾ ਨਾ, ਸੰਸਾਰੀ ਤੇ ਤੁਹਾਨੂੰ ਮੱਥਾ ਟੇਕਦੇ ਨੇ। ਸੰਸਾਰੀ ਤੇ ਤੁਹਾਡੀ ਗੱਡੀ ਦੇ ਟਾਇਰਾਂ ਦੀ ਮਿੱਟੀ ਵੀ ਚੁੱਕ ਚੁੱਕ ਮੱਥੇ ਨੂੰ ਲਾਈ ਜਾਂਦੇ ਨੇ, ਬਾਬਾ ਜੀ ਬਾਬਾ ਜੀ। ਪੁੱਛੋ ਬੰਦੂਕਾਂ ਕਿਹਦੇ ਲਈ ਨੇ? ਬੰਦੂਕਾਂ ਦੂਜੇ ਬਾਬੇ ਲਈ ਨੇ। ਬਾਬਿਆਂ 'ਚ ਵੀ ਕੰਪੀਟੀਸ਼ਨ ਹੈ ਨਾ। ਉਹਨਾਂ ਦੀ ਜਿਹੜੀ ਈਰਖ ਹੈ ਉਹ ਆਪਸ ਵਿੱਚ ਹੈ, ਸੰਸਾਰੀਆਂ ਨਾਲ ਨਹੀਂ ਹੈ। ਜੇ ਕਹੀਏ ਨਾ ਆਮ ਆਵਾਮ ਤੋਂ ਲੋਕ ਡਰਦੇ ਨੇ, ਨਹੀਂ ਕੋਈ ਨਹੀਂ ਡਰਦਾ। ਆਵਾਮ ਨੇ ਕੀ ਲੈਣਾ ਹੈ? ਆਵਾਮ ਤੇ ਕੋਈ ਆਦਮੀ ਕਵੇ ਕਿ ਭਾਈ ਮੈਂ ਪਾਠ ਪੂਜਾ ਕਰਦਾ, ਆ ਹੁਣੇ ਭਾਈ ਸਾਹਿਬ ਨੇ ਕੀਰਤਨ ਕੀਤਾ, ਅਗਰ ਤੁਸੀਂ ਵੇਖਿਆ ਹੋਵੇ ਇਹਨਾਂ ਨੇ ਸਾਜ਼ ਆਪ ਨਹੀਂ ਚੁੱਕੇ,
मगर संगत के बंदे आ गए, किसी ने कहा जी वाजा दे दिओ जी, किसी ने कहा जी तबला दे दिओ जी। दुनिया तो साडी पूजा करती है, तो जे सानू डर है, वैर विरोध है, तो आपस विच है। सतगुरु पिता जी कहन लगे तुसी कामी, क्रोधी, लोभी, हंकारी, इहदे विच तुहाडा मन भिजा होया है, तो फिर तुहाडी बाहर दी गल की करेगी भाई। ਭਾਏ ਨਰਕ ਮੈਂ ਕਸ਼ਟ ਬਿਸਾਲਾ ਤਬ ਪਛਤਾਹੇ ਫਸੇ ਜਮ ਜਾਲਾ। सतगुरु कहन लगे नरकां विच जाओगे, तुहानू कष्ट भोगने पैणगे, फिर तुहानू पछताउणा पवेगा। भी सारी उम्र असीं तीर्थ अस्थानां ते कट दित्ती, तीर्थ यात्रावां विच कट दित्ती, धर्म दे कर्म करदिआं कट दित्ती। गुरु कलगीधर पिता हर सिख नूं रोज पढ़ाउंदे ने, रोज डेली। कहाँ पे हो जो दो लोचन मूंद के बैठ रहे हो? सतगुरु कहते कि फिर की हो गया जे तू दोवें अखां बंद करके 2 4 5 7 घंटे रोज बह गया है, इहदे नाल की फर्क पैंदा? कहाँ पे हो जो दो लोचन मूंद के बैठ रहे हो? बक ध्यान लगायो। वो तेरे वर्गा ध्यान ते सतगुरु कहते बगला भी लाउंदा है। तेरे वर्गा ध्यान बगला भी लाउंदा है। तुसी बगले की समाधि पता नहीं वेखी कि नहीं वेखी, पानी में एक लत्त ते खलोंदा है, दूजी लत्त उहने चुकी हुंदी है। काहदे लई? कि जिवें मच्छी डंडी नज़र आवे ते उहनूं थल्लों स्टैप चुकना ना पवे, क्योंकि पैर चुकेगा तो पानी हिल जाएगा। उन्हें पैर पहले ही तां चुकया होया भी जे डंडी अगले पासे नूं ते पैर अगे कर दिओ, पिछे नूं ते पिछां नूं कर दिओ, इधर उधर ते उधर कर दिओ। बक ध्यान लगायो, नहात फिरियो, लिए सात समुद्रन। तुसी कोई तीर्थ छड्डिया ही नहीं इशनान करन तो। सतगुरु कहते बड़ा माड़ा कीता भाई, की लोक गयो पर लोक गवायो। किसी दिन ना जदों मैं नवा नवा पढ़ के बाहर आया, असी ना एक डायरी वंडदे हुंदे सी बच्चों च कि डायरी लाओ तो तुसी नोट करो रोज कि तुसी किन्ने वारी झूठ बोलिया, किन्ने वारी तुहाडे तो किहड़ी गलती हुई। हफ्ते बाद उहदी काउंटिंग करो। जदों उहदा जमा घटाओ करोगे तो तुसी परेशान हो जाओगे। मैं जदों 1998-99 खंड छड्डी ना चीनी, मैनू एक सज्जन इंग्लैंड की गल है, निष्काम वालियां दा गुरुद्वारा है मार्टिनडेल रोड ते, मैं चाह पीन लगा तो वह कहता कहने जी खलो जो खलो जो खलो जो। मैं की होया, उन्हें कौली लियांदी, एक चमचा लियांदा, एक खंड का डब्बा लियांदा। कहता किन्नी खंड पाउने हो चाह च? मैं कहा जी 2 चमचे। उन्हें पाते। फिर उन्हें मैंने पूछा भी चाह किन्ने वारी पीने हो? मैं कहा 5-7 वारी। उन्हें 14 चमचे खंड पाती कौली च, तो कौली तो भर गई। मैनू कहता इन्नी खंड रोज़ खाने हो? मैं नहीं मुड़ के चाह च खंड पा के पीती 99 तो अज तक। गुलाब जामुन खा लूँगा चाह नाल, पर चाह फीकी पीऊँगा। ऐसा उन्हें स्टोक किया मेरे दिमाग के उत्ते। एक कापी तुसी ला लोगे, फिर जमा घटाओ करोगे, फिर तुहानू समझ आएगी। मैं कहना कुछ ना करो, एक डायरी अपने घर ला लो कि सवेरे तुसी किन्ने बजे उठते हो, नहाउण ते कितना टाइम लगता है, पाठ ते कितना टाइम लगता है, गुरुद्वारे जाण ते कितना टाइम लगता है, गुरुद्वारे कितना चिर बहिंदे हो। फिर इत्थे जुत्ती पाउंदे आ, गड्डी खड़ी करदे आ, फिर थोड़ी बहुती थोड़े दिनों बाद साडी यूनीयन भी तो बन जाती है ना। फिर असी प्रोग्राम भी लिखने होंगे भी भांडे मांजदे बंदा किवें मांजना है। वो प्लानिंग दे विच कितना टाइम खराब होया। तुसी परेशान हो जाओगे कि तुहाडी जिंदगी दे 2 तो 4 घंटे रोज़ चले गए। हुण 2 तो 4 घंटे रोज़ दे हो गए, उन्होंने 365 दे विचों कढ लिओ किन्ने दिन बने, किन्ने महीने बने। फिर जिंदगी गिण लिओ भी 50 साल हो गए।
ਤੁਸੀਂ ਪਰੇਸ਼ਾਨ ਹੋ ਜਾਓਗੇ ਵੀ ਮੈਂ ਪਹੁੰਚਿਆ ਕਿੱਥੇ ਆ। ਕਿਤੇ ਵੀ ਨਹੀਂ, ਕਿਤੇ ਨਹੀਂ ਪਹੁੰਚੇ ਅਸੀਂ, ਉੱਥੇ ਦੇ ਉੱਥੇ ਹੀ ਖਲੋਤੇ ਆ। ਪ੍ਰਿੰਸੀਪਲ ਰਾਮ ਸਿੰਘ ਦਰਦੀ ਸਾਹਿਬ ਤਾਂ ਜਾਣਦੇ ਨੇ, ਇਹ ਡਾਇਰੈਕਟਰ ਹੁੰਦੇ ਸੀ ਸਟੱਡੀ ਸਰਕਲ ਦੇ, ਸ਼ਾਇਦ ਮੇਰਾ ਖਿਆਲ ਹੈ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਦੇ ਕਾਲਜ ਦੇ ਪ੍ਰਿੰਸੀਪਲ ਵੀ ਸੀ। ਮੈਂ ਪਟਿਆਲੇ ਯੂਨੀਵਰਸਿਟੀ ਉਹਨਾਂ ਤੋਂ ਸੁਣਿਆ, ਕਹਿੰਦੇ ਸ਼ਰਾਬੀ ਆਦਮੀ ਬੇੜੀ 'ਚ ਬਹਿ ਗਿਆ ਤੇ ਸਾਰੀ ਰਾਤ ਹੀ ਚੱਪੂ ਮਾਰਦੇ ਰਹੇ। ਹੁਣ ਜੇਤੇ ਨਸ਼ੇ ਸੰਸਾਰ ਕੇ ਉਤਰ ਜਾਹੇ ਪ੍ਰਭਾਤ, ਤੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰਬਾਣੀ ਨਹੀਂ ਜੇ, ਨਾ ਇਹ ਭਾਈ ਗੁਰਦਾਸ ਦੀ ਬਾਣੀ ਹੈ, ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਪਰ ਇਹ ਇੱਕ ਕਹਾਵਤ ਹੈ, ਲੋਕਾਂ ਵਿੱਚ ਬੜੀ ਪ੍ਰਚਲਿਤ ਹੈ ਕਿ ਜਦੋਂ ਸਵੇਰ ਹੋਏਗੀ ਦੁਨੀਆ ਦਾ ਹਰ ਨਸ਼ਾ ਉਤਰ ਜਾਂਦਾ ਹੈ। ਸਵੇਰ ਹੋਈ ਤੇ ਨਸ਼ਾ ਉਤਰ ਗਿਆ। ਇੱਕ ਦੂਜੇ ਨੂੰ ਪੁੱਛਦਾ ਆਪਾਂ ਕਿੱਥੇ ਪਹੁੰਚੇ ਆ। ਇਧਰ ਉਧਰ ਵੇਖਿਆ ਉਹਨਾਂ ਨੇ, ਕਹਿੰਦੇ ਕਿਤੇ ਵੀ ਨਹੀਂ। ਕਹਿੰਦੇ ਕਿਉਂ? ਕਹਿੰਦੇ ਉਹ ਜਿਹੜਾ ਰੱਸਾ ਸੀ ਨਾ ਜਿਹਦੇ ਨਾਲ ਬੇੜੀ ਬੱਧੀ ਸੀ, ਕਹਿੰਦੇ ਰੱਸਾ ਤੇ ਖੋਲਿਆ ਹੀ ਨਹੀਂ, ਰੱਸਾ ਹੀ ਨਹੀਂ ਖੋਲਿਆ। ਸਾਡੀ ਹਾਲਤ ਉਹ ਹੈ, ਨਾ ਕਾਮ ਛੱਡਿਆ, ਨਾ ਕ੍ਰੋਧ ਛੱਡਿਆ, ਨਾ ਲੋਭ ਛੱਡਿਆ, ਨਾ ਮੋਹ ਛੱਡਿਆ, ਨਾ ਹੰਕਾਰ ਛੱਡਿਆ। ਕਿ ਸਾਨੂੰ ਕਿਸੇ ਤੇ ਦਇਆ ਆਉਂਦੀ ਹੈ? ਕਿਸੇ ਤੇ ਤਰਸ ਆਉਂਦਾ ਹੈ? ਕਿਸੇ ਦਾ ਦੁੱਖ ਸਾਨੂੰ ਆਪਣਾ ਦੁੱਖ ਲੱਗਦਾ ਹੈ? ਕਿ ਕਦੇ ਕਿਸੇ ਦੀ ਖੁਸ਼ੀ ਸ਼ਾਮਲ ਹੋਏ ਹੋ? ਮੈਂ ਤੁਹਾਨੂੰ ਦੱਸਦਾ ਖੁਸ਼ੀ ਕੀ ਹੁੰਦੀ ਹੈ। ਮੇਰੇ ਫਾਦਰ ਇਕੱਲੇ ਸੀ। ਮੇਰੇ ਫਾਦਰ ਦੇ ਜਿਹੜੇ ਭਰਾ ਸੀ, ਭਾਵ ਉਹਨਾਂ ਦੇ ਚਾਚੇ ਤਾਏ ਦੇ ਪੁੱਤ 4-5 ਭਰਾ ਸੀ। ਹੌਲੀ ਹੌਲੀ ਸਾਰੇ ਚਲੇ ਗਏ, ਇੱਕ ਰਹਿੰਦਾ ਸੀ। ਮੇਰੇ ਵੱਡੇ ਭਰਾ ਨੇ ਕੀ ਕਿਹਾ, ਕਹਿੰਦਾ ਚਾਚਾ ਮੇਰਾ ਨਾਂ ਲੈ ਕੇ ਨਾ, ਅੱਧਾ ਨਾਂ ਜਿਵੇਂ ਪਿੰਡਾਂ ਛੋਟਾ ਨਾਂ ਲੈਂਦੇ, ਕਹਿੰਦੇ ਉਹਨੇ ਕਾਰ ਲਈ ਹੈ। ਕਾਰ ਮੈਂ ਕਿਹੜੀ ਲਈ? 90,000 ਦੀ ਕਾਰ, ਮਰੂਤੀ 800। ਇਹ ਗੱਲ ਹੈ 1993-94 ਦੀ। ਤੁਸੀਂ ਯਕੀਨ ਕਰਨਾ, ਮੇਰੇ ਚਾਚੇ ਨੇ, ਜੋ ਮੈਨੂੰ ਭਰਾ ਨੇ ਦੱਸਿਆ, ਕਹਿੰਦਾ ਜੁੱਤੀ ਉਤਾਰੀ, ਹੱਥ ਜੋੜੇ, ਅਰਦਾਸ ਕੀਤੀ, ਕਹਿੰਦੇ ਵਾਹਿਗੁਰੂ ਸ਼ੁਕਰ ਅਸੀਂ ਵੀ ਕਾਰਾਂ ਵਾਲੇ ਹੋਏ ਆ। ਇਹਨੂੰ ਖੁਸ਼ੀ ਕਹਿੰਦੇ ਆ। ਤੁਸੀਂ ਦੱਸੋ ਤੁਹਾਨੂੰ ਕਦੇ ਖੁਸ਼ੀ ਹੋਈ? ਉਹ ਜ਼ਮਾਨਾ ਚਲਾ ਗਿਆ। ਬੱਚਾ ਹੁੰਦਾ ਸੀ, ਅਮਰੀਕਾ ਤੇ ਲੱਡੂ ਇੱਥੇ ਵੰਡੇ ਜਾਂਦੇ ਸੀ। ਹੁਣ ਲੱਡੂ ਕੋਈ ਨਹੀਂ ਵੰਡਦਾ, ਅਮਰੀਕਾ ਫੋਨ ਕਰਦੇ ਨੇ, ਲੱਡੂ ਕਦੋਂ ਘੱਲੋਗੇ? ਤੇ ਦੱਸੋ, ਹਾਲਾਤ ਇਹ ਬਣ ਗਏ ਨੇ। ਅੱਛਾ, ਜੇ ਤੁਸੀਂ ਵਧਾਈ ਦਿਓਗੇ ਤਾਂ ਕੋਈ ਜਵਾਬ ਆਏਗਾ ਥੈਂਕ ਯੂ। ਪਹਿਲਾਂ ਨਹੀਂ ਸੀ ਹੁੰਦਾ। ਪਹਿਲਾਂ ਹੁੰਦਾ ਸੀ ਵੀਰ ਜੀ ਵਧਾਈਆਂ ਹੋਣ, ਅੱਗੋਂ ਜਵਾਬ ਆਉਂਦਾ ਸੀ ਵੀ ਤੁਹਾਨੂੰ ਸਵਾ ਵਧਾਈਆਂ, ਰੱਬ ਤੁਹਾਨੂੰ ਵੀ ਵਧਾਵੇ। ਹੁਣ ਅਗਲੇ ਕਹਿੰਦੇ ਥੈਂਕ ਯੂ, ਇਹਦਾ ਮਤਲਬ ਸਾਡੇ ਹੋ ਗਿਆ, ਤੁਸੀਂ ਕੰਮ ਕਰੋ ਆਪਣਾ। ਵੀ ਸਾਡੇ ਹੋ ਗਿਆ ਕਾਕਾ ਤੇ ਥੈਂਕ ਯੂ, ਬਸ ਠੀਕ ਹੈ, ਤੁਸੀਂ ਆਪਣਾ ਕੰਮ ਕਰੋ। ਅੱਗੇ ਹੁੰਦਾ ਸੀ ਨਹੀਂ, ਰੱਬ ਤੁਹਾਨੂੰ ਵੀ ਦਵੇ, ਤੁਸੀਂ ਵੀ ਵਧੋ। ਆਪਾਂ ਕਿੱਥੇ ਪਹੁੰਚੇ ਆ? ਧਰਮ ਕਰਮ ਵੱਧਦਾ ਜਾ ਰਿਹਾ ਹੈ, ਧਰਮ ਮਰਜ बढ़ता ਗਿਆ, ਜੂੰ ਜੂੰ ਦੁਆ ਕਰਤੇ। ਸਤਿਗੁਰੂ ਕਹਿਣ ਲੱਗੇ ਭਾਈ ਤੁਸੀਂ ਪਹੁੰਚੇ ਕਿੱਥੇ ਹੋ? ਕਿਤੇ ਵੀ ਨਹੀਂ। पता कदों लगेगा? पाए नरक में कष्ट विसाला, तब पुछताहे बसे जम जाला। जदों जमा की फाई विच फसोगे फिर तुहानूं पता लगेगा कि तुसी किन्ना अपने जीवन का नुकसान कर लिया। मैं तां बेनती की, रोज़ गिनो असी किन्ना टाइम धर्म ते लाउने आ, किन्ने महीने चले गए जिंदगी दे, किन्ने साल जिंदगी दे चले गए, पर कुछ ना कुछ तो प्राप्त होना चाहिए सी। चलो होर नहीं तो किसी की खुशी तो खुशी हो जाइए, किसी के दुख तो दुखी हो जाइए। असी नहीं होंगे, गल्लां असी बहुत करते हैं। हाँ, मिलै वडाई नाम ते इस ऊपर नह और। मिले वडाई नाम ते इस ऊपर न और। जो वडियाई नाम तो मिलती है, इस तो उपर कोई वडियाई नहीं। ना तीर्थ यात्रा दी है, ना किसी धर्म कर्म दी है। हाँ, मिलै उलामे ताहे को गुर तज जाचै होर। ओनू 100 उलामे मिलणगे जिहड़ा गुरु नूं छड्ड के किते होर जाके मंगेगा। अज वेख्या होणे लोग बड़ी दे अगे हथ करके खड़े ने,
ਇਹਨੇ ਤੈਨੂੰ ਕੀ ਦੇਣਾ ਹੈ? ਕੋਈ ਕਿਸੇ ਰੁੱਖ ਦੇ ਅੱਗੇ ਹੱਥ ਖੜੇ ਕੇ ਹੱਥ ਜੋੜ ਕੇ ਖੜਾ ਹੈ, ਉਹਨੇ ਤੈਨੂੰ ਕੀ ਦੇਣਾ ਹੈ? ਉਹ ਤੈਨੂੰ ਕੁਝ ਨਹੀਂ ਦੇਗਾ। ਅਗਰ ਹੱਥ ਜੋੜ ਸਕਦਾ ਹੈ ਤਾਂ ਆਪਣੇ ਗੁਰੂ ਅੱਗੇ ਜੋੜ, ਉਸ ਰੱਬ ਦੇ ਅੱਗੇ ਜੋੜ। ਕਿਉਂਕਿ ਜਦੋਂ ਇੱਥੇ ਆ ਕੇ ਤੂੰ ਹੱਥ ਜੋੜੇਗਾ, ਇੱਥੇ ਆ ਕੇ ਮੱਥਾ ਟੇਕੇਗਾ, ਕਰ ਡੰਡੌਤ ਪੁੰਨ ਵੱਡਾ ਹੈ, ਕਰ ਅੰਜਲੀ ਪੁੰਨ ਵੱਡਾ ਹੈ। ਇੱਥੇ ਆ ਕੇ ਹੱਥ ਅੱਡੇਗਾ, ਇਹ ਵੀ ਇੱਕ ਪੁੰਨ ਹੈ। ਇੱਥੇ ਮੱਥਾ ਟੇਕੇਗਾ, ਇਹ ਵੀ ਇੱਕ ਪੁੰਨ ਹੈ। ਹਾਂਜੀ। ਜਬ ਸਤ ਗੁਰ ਅਸ ਬਚਨ ਉਚਾਰੇ, ਦੰਬੀ ਲੱਜਤ ਸਭਾ ਮਝਾਰੇ। ਜਦੋਂ ਸਤਿਗੁਰੂ ਨੇ ਐਸੇ ਬਚਨ ਉਚਾਰੇ, ਜਿਹੜੇ ਪਖੰਡੀ ਸਾਧੂ ਸੀ, ਪੰਡਤ ਸੀ, ਸੰਨਿਆਸੀ ਸੀ, ਜਪੀ ਤਪੀ ਸੀ, ਬੜੇ ਸ਼ਰਮਿੰਦੇ ਹੋਏ। ਇੱਕ ਗੱਲ ਤੁਸੀਂ ਪੁਰਾਣੀ ਕਥਾ 'ਚੋਂ ਜ਼ਰੂਰ ਸੁਣਨਾ, ਉਸ ਵੇਲੇ ਨਾ ਲੋਕ ਆਪਣੀ ਗਲਤੀ ਮੰਨ ਲੈਂਦੇ ਸੀ। ਅੱਜ ਇੰਨੀ ਢੀਠਤਾ, ਤੁਸੀਂ ਕਿਸੇ ਨੂੰ ਕਹੋ, ਮੈਂ ਇੱਕ ਦਿਨ ਮੋਟੀ ਜੀ ਪਹਿਲਾਂ ਵੀ ਗੱਲ ਦੱਸੀ ਹੈ, ਪਹਿਲਾਂ ਹੁੰਦਾ ਸੀ ਵੀ ਜੇ ਕਿਸੇ ਨੇ ਕਹਿਣਾ ਵੀ ਤੂੰ ਸ਼ਰਾਬ ਪੀਣਾ ਹੈ, ਤੂੰ ਕਹਿੰਦਾ ਸੀ ਵੀ ਤੈਨੂੰ ਕਿੱਦਾਂ ਪਤਾ ਲੱਗਾ ਮੈਂ ਸ਼ਰਾਬ ਪੀਣਾ। ਹੁਣ ਨਹੀਂ ਕਹਿੰਦੇ, ਹੁਣ ਤਾਂ ਐਡੀ ਸਾਰੀ ਗਾਲ ਕੱਢ ਕੇ ਪਤਾ ਕੀ ਕਹਿੰਦੇ ਆ। ਕੌਣ ਕਹਿੰਦਾ ਹੈ? ਅਗਲੇ ਦੇ ਸਿਰ 'ਚ 100 ਘੜਾ ਪਾਣੀ ਦਾ ਪਾਤਾ, ਕਹਿੰਦਾ ਕੌਣ ਹੈ? ਵੀ ਤੂੰ ਅਗਲਾ ਕਹਿ ਰਿਹਾ ਵੀ ਤੂੰ ਸ਼ਰਾਬ ਪੀਣਾ ਹੈ। ਇਹ ਨਹੀਂ ਕਹਿਣਾ ਮੈਂ ਪੀਂਦਾ ਕਿ ਨਹੀਂ ਪੀਂਦਾ, ਕਹਿਣਾ ਇਹ ਚਾਹੀਦਾ ਵੀਰ ਜੀ ਮੈਂ ਨਹੀਂ ਪੀਂਦਾ, ਤੁਹਾਨੂੰ ਕਿਸੇ ਨੇ ਗਲਤ ਕਿਹਾ। ਉਲਟਾ ਕਹਿਣ ਵਾਲੇ ਨੂੰ ਹੀ ਏਡੀ ਵੱਡੀ ਗਾਲ ਦਿੱਤੀ ਜਾਂਦੀ ਹੈ ਕਿ ਅਗਲਾ ਸੰਭਲਦਾ ਪਾਣੀ ਪੀਣ ਤੇ ਪਹੁੰਚ ਜਾਂਦਾ ਹੈ ਵੀ ਮੈਂ ਕਾਹਨੂੰ ਇਹ ਗੱਲ ਕਹਿਤੀ, ਮੈਨੂੰ ਕੀ ਲੋੜ ਸੀ ਇਹ ਗੱਲ ਕਹਿਣ ਦੀ। ਪਰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੱਡੇ ਵੱਡੇ ਲੋਕਾਂ ਨੇ ਇਕਬਾਲ ਕੀਤਾ ਕਿ ਨਾਨਕ ਜੀ ਤੁਸੀਂ ਸੱਚ ਆਖਿਆ, ਤੁਸਾਂ ਨੇ ਬਿਲਕੁਲ ਸਾਡੀ ਗੱਲ ਬੁੱਝ ਲਈ। ਤੁਸੀਂ ਕਹਿੰਦੇ ਹੋ ਸੱਜਣ ਠੱਗ ਬੜਾ ਮਾੜਾ ਇਨਸਾਨ ਸੀ। ਬਾਬੇ ਨਾਨਕ ਨੇ ਦੂਜੇ ਕਮਰੇ 'ਚ ਸ਼ਬਦ ਪੜ੍ਹਿਆ, ਸਾਹਮਣੇ ਬਿਠਾ ਕੇ ਨਹੀਂ ਪੜ੍ਹਿਆ। ਉਹ ਦੂਜੇ ਕਮਰੇ 'ਚ ਥਾਲੀ ਲੈ ਕੇ ਖਾਣਾ ਪਰੋਸ ਕੇ ਬੈਠਾ ਹੈ ਵੀ ਕਦੋਂ ਬਾਬੇ ਦੀ ਉਹ ਰਬਾਬ ਬੰਦ ਹੋਵੇ ਤੇ ਮੈਂ ਥਾਲੀ ਰੱਖਾਂ ਵੀ ਲਓ ਖਾਓ ਜੀ। ਉਹ ਯਾਰ ਲੈ ਕੇ ਬੈਠਾ ਹੈ ਹੱਥ ਵਿੱਚ, ਬਾਬਾ ਨਾਨਕ ਸ਼ਬਦ ਗਾ ਰਿਹਾ ਹੈ ਤੇ ਜਿਵੇਂ ਹੀ ਸ਼ਬਦ ਪੂਰਾ ਹੋਇਆ ਥਾਲੀ ਉਹਦੀ ਛੁੱਟ ਗਈ। ਸਾਹਮਣੇ ਆ ਗਿਆ, ਕਹਿਣ ਲੱਗਾ ਜੀ ਤੁਹਾਨੂੰ ਕਿਹਨੇ ਦੱਸਿਆ ਮੇਰੇ ਬਾਰੇ? ਸ਼ਬਦ ਇਹ ਸੀ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਉਜਲ ਕਹਿਆ ਚਿਰਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਜਾਹੇ ਨਰਾਸੇ ਕਿਤ। ਫਲ ਫਿੱਕੇ ਫੁੱਲ ਬੱਕ ਬਕੇ ਕੰਮ ਨਾ ਆਵੇਂ ਪਤ। ਜਦੋਂ ਸਤਿਗੁਰੂ ਨੇ ਸ਼ਬਦ ਸੁਣਾਇਆ, ਉਹ ਕਹਿਣ ਲੱਗਾ ਜੀ ਤੁਹਾਨੂੰ ਮੇਰੇ ਬਾਰੇ ਕਿਹਨੇ ਦੱਸਿਆ? ਜੇ ਤੁਹਾਨੂੰ ਇਹ ਮੇਰੇ ਬਾਰੇ ਪਤਾ ਲੱਗ ਗਿਆ, ਇਹਦਾ ਭਾਵ ਕੀ ਹੈ ਕਿ ਜੇ ਤੁਹਾਨੂੰ ਮੇਰੀ ਬਿਮਾਰੀ ਪਤਾ ਲੱਗ ਗਈ ਹੈ ਤੇ ਫਿਰ ਮੇਰਾ ਇਲਾਜ ਵੀ ਕਰ ਦਿਓ। ਹਾਂ, ਤੁਸੀਂ ਇਹੀ ਲੱਭਦੇ ਫਿਰਦੇ ਨੇ ਵੀ ਕੋਈ ਡਾਕਟਰ ਤੁਹਾਡੀ ਬਿਮਾਰੀ ਡਾਇਗਨੋਜ਼ ਕਰੇ। ਆ ਕਰੋਨੇ ਦੀ ਬਿਮਾਰੀ ਡਾਇਗਨੋਜ਼ ਕਰਦੇ ਸਾਲ ਲੰਘ ਗਿਆ ਤੇ ਜਦੋਂ ਹੋ ਗਈ ਤਾਂ ਹੁਣ ਅਸੀਂ ਕਹਿੰਦੇ ਜੀ ਲਾ ਦਿਓ ਇੰਜੈਕਸ਼ਨ, ਲਾ ਦਿਓ ਟੀਕਾ, ਲਾ ਦਿਓ। ਸੱਚੇ ਪਾਤਸ਼ਾਹ ਕਿਰਪਾ ਕਰਨ। ਸਮੇਂ ਦੀ ਇੱਕ ਆਪਣੀ ਸੀਮਾ ਹੈ, ਕਿਉਂਕਿ ਜਿਹੜਾ ਹੁਣ ਸਮਾਂ ਹੈ ਉਹ 8:30 ਤੋਂ 9:30 ਕਥਾ ਦਾ ਰੋਜ਼ ਹੋਇਆ ਕਰੇਗਾ। ਸੋ ਇੰਨਾ ਕੀ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਸੀ। ਕੱਲ ਤੋਂ ਫਿਰ ਆਪਾਂ ਲੜੀਵਾਰ ਕਥਾ ਨਾਲ ਜੁੜਾਂਗੇ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ